ਹਾਂਜੀ, ਸਵਾਗਤ ਹੈ ਜੀ ਤੁਹਾਡਾ ਸਾਡੇ YouTube ਚੈਨਲ ਦੇ ਉੱਤੇ। ਰੋਜ਼ਾਨਾ ਦੀ ਤਰ੍ਹਾਂ ਕਰੰਟ ਅਫੇਅਰ ਦੀ ਵੀਡੀਓਜ਼ ਲੈ ਕੇ ਹਾਜ਼ਰ ਹਾਂਗੇ। ਅੱਜ ਦੀ 3 ਅਪ੍ਰੈਲ ਦੀ ਵੀਡੀਓ ਦੇ ਵਿੱਚ ਜੋ ਵੀ ਸਾਡੇ ਇਸ ਟਾਈਮ ਦੇ ਕਰੰਟ ਇਸ਼ੂਜ਼ ਚੱਲ ਰਹੇ ਨੇ, ਕਰੰਟ ਅਫੇਅਰ ਹੈਗੇ ਨੇ, ਕੁਐਸਚਨ ਜੋ ਬਣਦੇ ਨੇ ਸਾਡੇ ਇੰਪੋਰਟੈਂਟ, ਉਹ ਅੱਜ ਆਪਾਂ ਤੁਹਾਡੇ ਨਾਲ ਡਿਸਕਸ ਕਰਾਂਗੇ। ਉਮੀਦ ਕਰਦੇ ਹਾਂ ਤੁਸੀਂ ਇਹਨੂੰ ਪਸੰਦ ਕਰੋਗੇ। ਅਤੇ ਆਓ ਫਿਰ ਇਹਨੂੰ ਸ਼ੁਰੂ ਕਰਦੇ ਹੈਗੇ। ਦੇਖਦੇ ਹਾਂ ਅੱਜ ਦੇ ਕੁਐਸਚਨ। ਸਭ ਤੋਂ ਪਹਿਲਾ ਸਾਡਾ ਕੁਐਸਚਨ ਹੈ, ਵਿਚ ਇੰਸਟੀਟਿਊਸ਼ਨ launched the digital platform fast and secure transmission of electronic records, ਜਿਹਨੂੰ ਅਸੀਂ ਸ਼ੋਰਟ ਫਾਰਮ ਦੇ ਵਿੱਚ ਫਾਸਟਰ ਕਿਹਾ ਹੈਗਾ। ਫਾਸਟ ਐਂਡ ਸਿਕਿਉਰਡ ਟਰਾਂਸਮਿਸ਼ਨ ਆਫ ਇਲੈਕਟ੍ਰੋਨਿਕ ਰਿਕਾਰਡਸ ਡਿਜੀਟਲ ਪਲੇਟਫਾਰਮ ਕਿਹੜੀ ਇੰਸਟੀਟਿਊਸ਼ਨ ਨੇ ਇਹ ਲਾਂਚ ਕੀਤਾ ਹੈਗਾ? ਆਪਸ਼ਨ ਹੈ ਸਾਡੇ ਕੋਲ ਰਿਜ਼ਰਵ ਬੈਂਕ ਆਫ ਇੰਡੀਆ, ਸੁਪਰੀਮ ਕੋਰਟ ਆਫ ਇੰਡੀਆ, ਸੈਂਟਰਲ ਬਿਊਰੋ ਆਫ ਇਨਵੈਸਟੀਗੇਸ਼ਨ CBI ਜਾਂ ਨਨ ਆਫ ਦੀਸ। ਆਪਸ਼ਨ ਹੈ RBI, SCI, CBI। ਤਾਂ ਇਹਦੀ ਕਰੈਕਟ ਆਪਸ਼ਨ ਆਏਗੀ ਜੀ ਸੁਪਰੀਮ ਕੋਰਟ ਆਫ ਇੰਡੀਆ। ਸੁਪਰੀਮ ਕੋਰਟ ਆਫ ਇੰਡੀਆ ਸਾਡੀ ਭਾਰਤ ਦੀ ਸਰਵਉੱਚ ਅਦਾਲਤ, ਇਹਨਾਂ ਦੇ ਦੁਆਰਾ ਡਿਜੀਟਲ ਪਲੇਟਫਾਰਮ ਲਾਂਚ ਕੀਤਾ ਗਿਆ ਫਾਸਟਰ। ਕੀ ਹੈ ਇਹ? ਇਹਦੇ ਬਾਰੇ ਆਪਾਂ ਜਾਣਦੇ ਹਾਂਗੇ। ਤਾਂ ਦੇਖੋ, ਚੀਫ ਜਸਟਿਸ ਆਫ ਇੰਡੀਆ, ਸਾਡੇ ਜੋ ਮੁੱਖ ਜੱਜ ਨੇ ਸਾਡੀ ਸਰਵਉੱਚ ਅਦਾਲਤ ਦੇ, NV ਰਮੰਨਾ, ਇਹਨਾਂ ਨੇ ਇਹ ਲਾਂਚ ਕੀਤਾ ਹੈਗਾ ਫਾਸਟਰ ਸਿਸਟਮ, ਫਾਸਟ ਐਂਡ ਸਿਕਿਉਰਡ ਟਰਾਂਸਮਿਸ਼ਨ ਆਫ ਇਲੈਕਟ੍ਰੋਨਿਕ ਰਿਕਾਰਡਸ। ਇਹਦੇ 'ਚ ਕੀ ਹੈਗਾ, ਇਸ ਪਲੇਟਫਾਰਮ ਦੇ ਉੱਤੇ ਕੀ ਹੋਏਗਾ ਵੀ ਜਿਹੜੀ ਵੀ ਡਾਟਾ ਹੈ, ਕਾਪੀਜ਼ ਨੇਗੀਆਂ, ਚਾਹੇ ਉਹ ਕੋਈ ਵੀ ਆਰਡਰਸ ਨੇਗੇ, ਕੋਈ ਕੇਸਿਸ ਨੇ ਉਹਨਾਂ ਦੇ ਅੱਗੇ ਆਰਡਰ ਨੇਗੇ, ਆਲ ਟਾਈਪ ਆਫ ਆਰਡਰਸ ਆਫ ਦੀ ਕੋਰਟ, ਉਹ ਸਾਰਾ ਕੁਛ ਜੋ ਹੈ ਇਸ ਵੈਬਸਾਈਟ ਦੇ ਉੱਤੇ, ਇਸ ਪਲੇਟਫਾਰਮ ਦੇ ਉੱਤੇ ਜਿਹੜਾ ਹੈਗਾ ਇਹ ਅਵੇਲੇਬਲ ਹੋਏਗਾ। ਅਤੇ ਜਿਹਦੇ ਵਿੱਚ ਕੀ ਹੈਗਾ, ਮਤਲਬ ਹਰ ਇੱਕ ਵਿਅਕਤੀ ਨੂੰ ਇਹਨੂੰ ਪ੍ਰਾਪਤ ਕਰਨਾ ਜਿਹੜਾ ਹੈਗਾ ਉਹ ਸੌਖਾ ਰਹੇਗਾ। ਮਤਲਬ ਇਹਦੀ ਐਕਸੈਸ ਹੈ ਜੋ ਈਜ਼ੀ ਹੋ ਜਾਏਗੀ। ਅਤੇ ਇੱਕ ਸਿਕਿਉਰ ਚੈਨਲ ਇਹ ਲਾਂਚ ਕੀਤਾ ਗਿਆ ਹੈਗਾ, ਜਿਹਦੇ ਨਾਲ ਸਾਰਾ ਜੋ ਹੈ ਡਾਟਾ, ਆਰਡਰਸ ਵਗੈਰਾ, ਕੋਡ ਦਾ, ਉਹ ਸਾਰਾ ਕੁਛ ਡਿਜੀਟਲ ਹੋ ਜਾਏਗਾ। ਉਹ NV ਰਮੰਨਾ ਨੇ ਸਾਡੇ CGI, ਉਹਨਾਂ ਨੇ ਇਹ ਲਾਂਚ ਕੀਤਾ ਹੈਗਾ। NV ਰਮੰਨਾ ਦੇ ਬਾਰੇ ਵੀ ਥੋੜ੍ਹਾ ਬਹੁਤ ਦੱਸ ਦਿੰਦੇ ਹਾਂ ਤੁਹਾਨੂੰ। ਇਹ ਸਾਡੇ ਭਾਰਤ ਦੇ 48ਵੇਂ ਮੁੱਖ ਜੱਜ ਨੇਗੇ ਸਰਵਉੱਚ ਅਦਾਲਤ ਦੇ। NV ਰਮੰਨਾ 2021 ਦੇ ਵਿੱਚ ਇਹਨਾਂ ਨੂੰ ਅਪੋਇੰਟ ਕੀਤਾ ਗਿਆ ਸੀ। 24 ਅਪ੍ਰੈਲ 2021 ਨੂੰ NV ਰਮੰਨਾ ਜੀ ਨੂੰ 48ਵੇਂ ਸਾਡੇ ਭਾਰਤ ਦੇ ਮੁੱਖ ਜੱਜ ਨੇ ਸਰਵਉੱਚ ਅਦਾਲਤ ਦੇ। ਅਤੇ ਇਸ ਤੋਂ ਪਹਿਲਾਂ ਇਹ ਦਿੱਲੀ ਹਾਈ ਕੋਰਟ, ਆਂਧਰਾ ਪ੍ਰਦੇਸ਼ ਹਾਈ ਕੋਰਟ, ਉੱਥੋਂ ਦੇ ਵੀ ਮੁੱਖ ਜੱਜ ਰਹਿ ਚੁੱਕੇ ਨੇਗੇ। ਉਸ ਤੋਂ ਬਾਅਦ ਗੱਲ ਕਰਦੇ ਹਾਂ ਸਾਡੇ ਅਗਲੇ ਕੁਐਸਚਨ ਦੀ। ਵਿਚ ਰੈਗੂਲੇਟਰ ਬੋਡੀ ਲਾਂਚਡ ਦਾ ਆਈਡੀਓਥਨ ਨੇਮਡ ਮੰਥਨ, ਕਿਹੜੀ ਇੰਸਟੀਟਿਊਸ਼ਨ ਹੈ, ਕਿਹੜੀ ਬੋਡੀ ਹੈਗੀ ਰੈਗੂਲੇਟਿੰਗ ਬੋਡੀ ਜਿਹਨੇ ਇਹ ਮੰਥਨ ਨਾਮ ਦਾ ਇਹ ਆਈਡੀਓਥਨ ਲਾਂਚ ਕੀਤਾ ਹੈਗਾ? ਆਪਸ਼ਨ ਹੈ ਸਾਡੇ ਕੋਲ RBI, SEBI, NABARD ਜਾਂ ਨਨ ਆਫ ਦੀਸ। ਹਾਂਜੀ, ਤਾਂ ਇਹਦੀ ਕਰੈਕਟ ਆਪਸ਼ਨ ਆਏਗੀ SEBI। ਇਹ ਆਪਾਂ ਉਸ ਦਿਨ ਵੀ ਕੀਤਾ ਸੀ, ਅੱਜ ਫੇਰ ਕਰ ਲੈਂਦੇ ਹੈਗੇ। ਮੰਥਨ ਜੋ ਹੈ ਇਹਨਾਂ ਨੇ ਲਾਂਚ ਕੀਤਾ SEBI ਦੇ ਦੁਆਰਾ। ਕੀ ਚੀਜ਼ ਹੈ ਇਹ, ਉਹ ਪੜ੍ਹਦੇ ਹੈਗੇ ਆਪਾਂ। ਤਾਂ SEBI ਦੇ ਜੋ ਚੇਅਰਪਰਸਨ ਨੇ ਮਾਧਾਵੀ ਪੁਰੀ, ਇਹਨਾਂ ਨੇ ਇਹ ਮੰਥਨ ਲਾਂਚ ਕੀਤਾ ਹੈਗਾ। ਇਹ ਇੱਕ 6 ਹਫ਼ਤੇ ਲੰਬਾ ਇੱਕ ਆਈਡੀਓਥਨ ਹੋਏਗਾ, ਜਿਹਦੇ ਵਿੱਚ ਕੀ ਹੈ BSE, NSE, NSDL, CDSL, KFinTech, CAMS, ਲਿੰਕਨ ਟਾਈਮ, MCX, ਇਹ ਜਿਹੜੇ ਹੈਗੇ ਨੇ ਸਾਰੀਆਂ ਇੰਸਟੀਟਿਊਸ਼ਨ ਜਿਹੜਾ ਹੈਗਾ ਮਿਲ ਕੇ ਅਲੱਗ ਅਲੱਗ ਆਈਡੀਆਜ਼, ਅਲੱਗ ਅਲੱਗ ਇਨੋਵੇਟਿਵ ਸਲਿਊਸ਼ਨਸ ਜਿਹੜਾ ਹੈਗਾ ਉਹਨਾਂ ਨੂੰ ਕ੍ਰੀਏਟ ਕਰਨਗੇ, ਸ਼ੇਅਰ ਕਰਨਗੇ, ਲੱਭਣਗੇ, ਜਿਹਦੇ ਨਾਲ ਜਿਹੜੀਆਂ
ਸਿਕਿਉਰਿਟੀਜ਼ ਨੇ ਮਾਰਕੀਟ ਰਿਲੇਟਡ ਜਿਹੜਾ ਹੈਗਾ ਉਹਨਾਂ ਨੂੰ ਹੋਰ ਵਧੀਆ ਤਰੀਕੇ ਨਾਲ ਚਲਾਇਆ ਜਾ ਸਕੇ। ਸਾਰੀਆਂ ਜੋ ਇਹ ਇੰਸਟੀਟਿਊਸ਼ਨ ਨੇ ਫਾਈਨੈਂਸ਼ੀਅਲ BSE NSE NSDL CDSL ਕੇ ਫਿਨਟੈਕ ਕੈਮਸ ਲਿੰਕਨ ਟਾਈਮ, ਇਹ ਸਾਰੇ ਜੋ ਹੈ ਇਹਨਾਂ ਦੇ ਦੁਆਰਾ ਇਹ 6 ਹਫ਼ਤੇ ਲੰਬਾ ਇਹ ਵਿਚਾਰ ਚਰਚਾ ਹੀ ਕਹਿ ਸਕਦੇ ਹਾਂ ਜੋ ਚਲਾਈ ਜਾਊਗੀ ਮੰਥਨ, ਜਿਹਦੇ ਵਿੱਚ ਸਿਕਿਉਰਿਟੀਜ਼ ਦੇ ਨਾਲ ਰਿਲੇਟਡ ਅਲੱਗ-ਅਲੱਗ ਇਨੋਵੇਟਿਵ ਸਲਿਊਸ਼ਨ ਲੱਭੇ ਜਾਣਗੇ, ਆਈਡੀਆਜ਼ ਸ਼ੇਅਰ ਕੀਤੇ ਜਾਣਗੇ ਅਤੇ ਇਹ ਸਾਰਾ ਕੁਛ ਜੋ ਹੈ SEBI ਦੇ ਦੁਆਰਾ ਕੰਡਕਟ ਕੀਤਾ ਜਾ ਰਿਹਾ ਹੈਗਾ, ਔਰਗਨਾਈਜ਼ ਕੀਤਾ ਗਿਆ ਹੈਗਾ। ਉਸ ਤੋਂ ਬਾਅਦ ਗੱਲ ਕਰਦੇ ਹਾਂ ਸਾਡੇ ਅਗਲੇ ਪ੍ਰਸ਼ਨ ਦੀ। ਅਸਮ ਰੀਸੈਂਟਲੀ ਸਾਈਨਡ ਅ MOU ਵਿਦ ਵਿਚ ਸਟੇਟ ਟੂ ਰਿਸੋਲਵ ਡਿਫਰੈਂਸਿਸ ਇਨ ਦ ਸਟੇਟ ਬਾਰਡਰ। ਤਾਂ ਅਸਮ ਨੇ ਇੱਕ MOU ਸਾਈਨ ਕੀਤਾ ਹੈਗਾ, ਜਿਹਦੇ ਵਿੱਚ ਉਹਨਾਂ ਦੇ ਜੋ ਸਟੇਟ ਬਾਰਡਰ ਨਾਲ ਰਿਲੇਟਡ ਡਿਸਪਿਊਟਸ ਨੇ, ਡਿਫਰੈਂਸਿਸ ਨੇ, ਉਹਨਾਂ ਨੂੰ ਸੋਲਵ ਕੀਤਾ ਜਾਏਗਾ। ਅਤੇ ਇਹ ਕਿਹੜੇ ਸਟੇਟ ਦੇ ਨਾਲ MOU ਸਾਈਨ ਕੀਤਾ ਹੈਗਾ? ਆਪਸ਼ਨ ਹੈ ਸਾਡਾ ਮੇਘਾਲਿਆ, ਸਿੱਕਿਮ ਜਾਂ ਅਰੁਣਾਚਲ ਪ੍ਰਦੇਸ਼ ਜਾਂ ਨਨ ਆਫ ਦੀਸ। ਤਾਂ ਇਹਦਾ ਆਪਸ਼ਨ ਆਏਗਾ ਜੀ ਕਰੈਕਟ ਮੇਘਾਲਿਆ। ਮੇਘਾਲਿਆ ਦੇ ਨਾਲ MOU ਸਾਈਨ ਕੀਤਾ ਗਿਆ ਹੈਗਾ ਅਸਮ ਦੇ ਦੁਆਰਾ, ਜਿਹਦੇ ਵਿੱਚ ਸਟੇਟਸ ਇਹਨਾਂ ਦੋਨਾਂ ਦੇ ਆਪਸ ਦੇ ਵਿੱਚ ਜੋ ਵੀ ਡਿਫਰੈਂਸਿਸ ਹੈਗੇ ਨੇ ਉਹਨਾਂ ਨੂੰ ਸੋਲਵ ਕੀਤਾ ਜਾਊਗਾ। ਦੇਖਦੇ ਹੈਗੇ ਕਈ ਜਗ੍ਹਾ ਇਹਨਾਂ ਦੇ ਜੋ ਹੈ ਸਟੇਟ ਦੇ ਵਿੱਚ ਆਪਸ ਦੇ ਵਿੱਚ ਡਿਸਪਿਊਟ ਚੱਲ ਰਹੇ ਨੇ ਬਾਰਡਰ ਦੇ ਨਾਲ ਰਿਲੇਟਡ। 12 ਏਰੀਆਜ਼ ਨੇਗੇ ਜਿੱਥੇ ਇਹ ਚੱਲ ਰਿਹਾ ਹੈਗਾ, ਮਤਲਬ ਏਰੀਆਜ਼ ਕਾਫੀ ਜ਼ਿਆਦਾ ਨੇਗੇ ਜਿੱਥੇ ਡਿਸਪਿਊਟ ਹੈਗਾ, ਪਰੰਤੂ ਇਸ MOU ਦੇ ਅਕੋਰਡਿੰਗ ਫਸਟ ਸਟੈਪ ਦੇ ਵਿੱਚ ਜਿਹੜਾ ਹੈਗਾ 12 ਜਿਹੜੇ ਜਗ੍ਹਾ ਹੈਗੇ ਨੇ ਉੱਥੋਂ ਦਾ ਜੋ ਇਹ ਡਿਸਪਿਊਟ ਹੈ ਉਹਨੂੰ ਸੋਲਵ ਕੀਤਾ ਜਾਊਗਾ। ਜਿਵੇਂ ਇਹਨਾਂ ਨੇ ਗਿਜ਼ਾਂਗ, ਤਾਰਾਬਾਰੀ, ਹਹੀਮ, ਬੋਕਲਾਪਾਰਾ, ਠੀਕ ਹੈ, ਇਹ ਜੋ 12 ਜਗ੍ਹਾ ਦਿੱਤੀਆਂ ਹੋਈਆਂ ਨੇ, ਇੱਥੇ ਇਹ ਬਾਰਡਰ ਨਾਲ ਰਿਲੇਟਡ ਡਿਸਪਿਊਟ ਸੋਲਵ ਕੀਤੇ ਜਾਣਗੇ ਫਸਟ ਸਟੈਪ ਦੇ ਵਿੱਚ, ਅਤੇ ਫਿਰ ਉਸ ਤੋਂ ਬਾਅਦ ਇਹਨੂੰ ਅੱਗੇ ਹੋਰ ਕੈਰੀ ਔਨ ਕੀਤਾ ਜਾਊਗਾ। ਉਸ ਤੋਂ ਬਾਅਦ ਹੈ ਜੀ ਸਾਡਾ ਅਗਲਾ ਪ੍ਰਸ਼ਨ। ਵਿਚ ਵੀਕ ਇਜ਼ ਸੈਲੀਬਰੇਟਡ ਬਾਈ ਦੀ ਗੌਰਮੈਂਟ ਆਫ ਇੰਡੀਆ ਫਰੋਮ 1 April to 7 April of 2022। ਸਾਡੀ ਗੌਰਮੈਂਟ ਆਫ ਇੰਡੀਆ ਦੇ ਦੁਆਰਾ 1 ਅਪ੍ਰੈਲ ਤੋਂ ਲੈ ਕੇ 7 ਅਪ੍ਰੈਲ ਤੱਕ ਇੱਕ ਹਫ਼ਤਾ ਮਨਾਇਆ ਜਾ ਰਿਹਾ ਹੈ। ਇਹ ਕਾਹਦੇ ਨਾਲ ਰਿਲੇਟਡ ਹੈਗਾ? ਤਾਂ ਆਪਸ਼ਨ ਹੈ ਨੈਸ਼ਨਲ ਲਿਟਰੇਸੀ ਵੀਕ, ਪੋਸ਼ਣ ਮਾਹ, ਪ੍ਰੀਵੈਂਸ਼ਨ ਆਫ ਬਲਾਈਂਡਨੈਸ ਵੀਕ ਜਾਂ ਨੈਸ਼ਨਲ ਹੈਲਥ ਵੀਕ। 1 ਅਪ੍ਰੈਲ ਤੋਂ ਲੈ ਕੇ 7 ਅਪ੍ਰੈਲ ਤੱਕ ਸਾਡੀ ਗੌਰਮੈਂਟ ਦੇ ਦੁਆਰਾ ਇਹ ਮਨਾਇਆ ਜਾ ਰਿਹਾ ਹੈ। ਤਾਂ ਇਹਦੀ ਕਰੈਕਟ ਆਪਸ਼ਨ ਹੈ ਜੀ ਪ੍ਰੀਵੈਂਸ਼ਨ ਆਫ ਬਲਾਈਂਡਨੈਸ ਵੀਕ। ਇਹ ਹਫ਼ਤਾ ਮਨਾਇਆ ਜਾ ਰਿਹਾ। ਬਲਾਈਂਡਨੈਸ ਜੋ ਹੈ, ਅੰਨ੍ਹਾਪਨ ਹੈ, ਤਾਂ ਉਹਦੇ ਨਾਲ ਉਹਨੂੰ ਰੋਕਣ ਦੇ ਲਈ, ਉਹਦੇ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਇਹ ਜੋ ਹੈ ਸਾਡੀ ਗੌਰਮੈਂਟ ਦੇ ਦੁਆਰਾ ਇਹ ਹਫ਼ਤਾ ਮਨਾਇਆ ਜਾ ਰਿਹਾ ਹੈਗਾ, ਤਾਂ ਜੋ ਲੋਕਾਂ ਦੇ ਵਿੱਚ ਕੀ ਹੈ ਬਲਾਈਂਡਨੈਸ ਦੇ ਪ੍ਰਤੀ ਅਵੇਅਰਨੈਸ ਆ ਸਕੇ। ਅਤੇ ਇਹਨੂੰ ਕੌਣ ਔਰਗਨਾਈਜ਼ ਕਰਦਾ ਹੈਗਾ? ਨੈਸ਼ਨਲ ਸੁਸਾਇਟੀ ਫੋਰ ਦਾ ਪ੍ਰੀਵੈਂਸ਼ਨ ਆਫ ਦੀ ਬਲਾਈਂਡਨੈਸ ਵੀਕ। ਅਤੇ ਇਹ ਇਹਦੀ ਫਾਊਂਡੇਸ਼ਨ ਰੱਖੀ ਗਈ ਸੀ 1960 ਦੇ ਵਿੱਚ ਸਾਡੇ ਪ੍ਰਧਾਨ ਮੰਤਰੀ ਫਾਰਮਰ ਜਵਾਹਰ ਲਾਲ ਨਹਿਰੂ ਜੀ ਦੁਆਰਾ ਅਤੇ ਰਾਜਕੁਮਾਰੀ ਅੰਮ੍ਰਿਤ ਕੌਰ ਜੀ ਦੁਆਰਾ ਇਹਦੀ ਫਾਊਂਡੇਸ਼ਨ ਰੱਖੀ ਗਈ ਸੀ। ਉਸ ਤੋਂ ਬਾਅਦ ਹੈ ਸਾਡਾ ਅਗਲਾ ਪ੍ਰਸ਼ਨ। ਇਨ ਮਾਰਚ 2022 ਯੂਨੀਅਨ ਗੌਰਮੈਂਟ ਹੈਜ਼ ਡਿਸਾਈਡਡ ਟੂ ਰਿਡਿਊਸ ਡਿਸਟਰਬ ਏਰੀਆ ਅੰਡਰ ਆਰਮਡ ਫੋਰਸਿਸ ਸਪੈਸ਼ਲ ਪਾਵਰ ਐਕਟ, ਜਿਹਨੂੰ ਅਸੀਂ ਅਫਸਪਾ ਵੀ ਕਹਿ ਦਿੰਦੇ ਹਾਂ। ਤਾਂ ਇਨ ਵਿਚ ਆਫ ਦੀ ਫੋਲੋਇੰਗ ਸਟੇਟਸ ਸਾਡੀ ਗੌਰਮੈਂਟ ਨੇ ਡਿਸਾਈਡ ਕੀਤਾ ਹੈ ਕਿ ਜਿਹੜਾ ਅਫਸਪਾ ਐਕਟ ਹੈ, AFSPA ਐਕਟ, ਆਰਮਡ ਫੋਰਸਿਸ ਸਪੈਸ਼ਲ ਪਾਵਰਸ ਐਕਟ, ਇਹਨੂੰ ਰਿਡਿਊਸ ਕੀਤਾ ਜਾਏਗਾ। ਜਿਹੜੇ ਵੀ ਡਿਸਟਰਬਡ ਏਰੀਆਜ਼ ਨੇ ਤਾਂ ਉਹ ਕਿੱਥੇ ਕੀਤਾ ਜਾਏਗਾ? ਆਪਸ਼ਨ ਹੈ ਨਾਗਾਲੈਂਡ, ਅਸਮ, ਮਣੀਪੁਰ ਜਾਂ ਆਲ ਆਫ ਦੀਸ। ਤਾਂ ਇਹਦਾ ਕਰੈਕਟ ਆਪਸ਼ਨ ਆਏਗਾ ਜੀ ਆਲ ਆਫ ਦੀਸ। ਇਹ ਜੋ ਤਿੰਨੋਂ ਸਟੇਟਸ ਨੇ, ਈਸਟਰਨ ਸਟੇਟਸ, ਨਾਗਾਲੈਂਡ, ਅਸਮ ਅਤੇ ਮਣੀਪੁਰ, ਉੱਥੇ ਇਹ ਐਕਟ ਹੈ ਜੋ ਉਹ ਰਿਡਿਊਸ ਕੀਤਾ ਜਾਏਗਾ। ਇਸ ਐਕਟ ਦੇ ਵਿੱਚ ਕੀ ਹੁੰਦਾ ਹੈਗਾ,
ਕਿ ਜਿਹੜੇ ਵੀ ਡਿਸਟਰਬਡ ਏਰੀਆ ਨੇ, ਮਤਲਬ ਜਿੱਥੇ ਸ਼ਾਂਤੀ ਭੰਗ ਹੋਣ ਦਾ ਡਰ ਬਣਿਆ ਰਹਿੰਦਾ ਹੈਗਾ ਜਾਂ ਥੋੜ੍ਹੇ ਜਿਹੇ ਤਣਾਅਪੂਰਨ ਏਰੀਆ ਨੇ, ਤਾਂ ਉੱਥੇ ਆਰਮੀ ਨੂੰ ਸਪੈਸ਼ਲ ਪਾਵਰਸ ਦਿੱਤੀਆਂ ਗਈਆਂ ਨੇ ਉਸ ਸਿਚੁਏਸ਼ਨ ਦੇ ਨਾਲ ਡੀਲ ਕਰਨ ਦੇ ਲਈ। ਕਾਫੀ ਲੰਬੇ ਸਮੇਂ ਤੋਂ ਜਿਹੜਾ ਇਹ ਐਕਟ ਹੈ ਫਸਪਾ ਇਹ ਇੰਪਲੀਮੈਂਟ ਕੀਤਾ ਹੋਇਆ ਸੀ ਗੌਰਮੈਂਟ ਦੇ ਦੁਆਰਾ, ਅਤੇ ਹੁਣ ਇਹ ਮਾਰਚ 2022 ਦੇ ਵਿੱਚ ਇਹਨਾਂ ਸਟੇਟਸ ਦੇ ਵਿੱਚ ਇਹਨੂੰ ਰਿਡਿਊਸ ਕੀਤਾ ਗਿਆ ਹੈਗਾ ਸਾਡੀ ਗੌਰਮੈਂਟ ਦੇ ਦੁਆਰਾ। 31 ਮਾਰਚ 2022 ਨੂੰ ਇਹ ਰਿਡਿਊਸ ਕੀਤਾ ਗਿਆ। ਬਣਿਆ ਕਦੋਂ ਸੀ ਇਹ? ਫਸਪਾ ਐਕਟ 1958 ਦੇ ਵਿੱਚ ਬਣਿਆ ਸੀ, ਜਿਹਦੇ ਵਿੱਚ ਸਪੈਸ਼ਲ ਪਾਵਰਸ ਦਿੱਤੀਆਂ ਗਈਆਂ ਨੇ ਆਰਮਡ ਫੋਰਸਿਸ ਨੂੰ। ਅਰੁਣਾਚਲ ਪ੍ਰਦੇਸ਼, ਅਸਮ, ਮਣੀਪੁਰ, ਮੇਘਾਲਿਆ, ਮਿਜ਼ੋਰਮ, ਨਾਗਾਲੈਂਡ, ਤ੍ਰਿਪੁਰਾ, ਸਾਡੇ ਜੋ ਈਸਟਰਨ ਸਟੇਟਸ ਹੈਗੇ ਨੇਗੇ, ਅਤੇ ਉੱਥੇ ਜੋ ਵੀ ਮਤਲਬ ਇਹ ਤਣਾਅਪੂਰਨ ਮਾਹੌਲ ਹੈ ਉਸ ਨੂੰ ਕੰਟਰੋਲ ਕੀਤਾ ਜਾ ਸਕੇ, ਤਾਂ ਉੱਥੇ ਇਹ ਐਕਟ 1958 ਤੋਂ ਚੱਲਿਆ ਆ ਰਿਹਾ ਹੈਗਾ। ਅਤੇ ਇਸ ਤੋਂ ਪਹਿਲਾਂ ਵੀ ਬ੍ਰਿਟਿਸ਼ ਗੌਰਮੈਂਟ ਦੇ ਦੁਆਰਾ ਵੀ ਉਸ ਟਾਈਮ ਕਿਵਟ ਇੰਡੀਆ ਮੂਵਮੈਂਟ ਨੂੰ ਉਹਨੂੰ ਸਪਰੈਸ ਕਰਨ ਦੇ ਲਈ, ਦਬਾਉਣ ਦੇ ਲਈ ਇਹ ਲੋਅ ਜਿਹੜਾ ਹੈਗਾ ਇੰਟਰੋਡਿਊਸ ਕੀਤਾ ਗਿਆ ਸੀ, ਅਤੇ ਬਾਅਦ ਦੇ ਵਿੱਚ ਸਾਡੀ ਗੌਰਮੈਂਟ ਨੇ ਇਹਨੂੰ ਦੁਬਾਰਾ ਲੈ ਕੇ ਆਏ ਇਸ ਏਰੀਆ ਦੇ ਵਿੱਚ ਜਿਹੜਾ ਹੈਗਾ ਸ਼ਾਂਤੀ ਸਥਾਪਿਤ ਕਰਨ ਦੇ ਲਈ। ਅਤੇ ਹੁਣ 2022 ਦੇ ਵਿੱਚ ਨਾਗਾਲੈਂਡ, ਅਸਮ ਅਤੇ ਮਣੀਪੁਰ ਦੇ ਵਿੱਚ ਇਹਨਾਂ ਸਟੇਟਸ ਦੇ ਵਿੱਚੋਂ ਇਹ ਐਕਟ ਹਟਾਇਆ ਜਾ ਰਿਹਾ ਹੈਗਾ। ਉਸ ਤੋਂ ਬਾਅਦ ਗੱਲ ਕਰਦੇ ਹਾਂ ਸਾਡੇ ਅਗਲੇ ਕੁਐਸਚਨ ਦੀ। The 20th edition of bilateral naval exercise Varuna is being conducted between India and which country in the Arabian Sea in March-April 2022? ਵਰੁਣਾ ਇਹ ਦੋ ਦੇਸ਼ਾਂ ਦੇ ਵਿੱਚ ਨਵਲ ਐਕਸਰਸਾਈਜ਼ ਹੈਗੀ, ਨੇਵੀ ਦੀ ਫੋਰਸਿਸ ਮਿਲ ਕੇ ਅਭਿਆਸ ਕਰਨਗੀਆਂ। 20ਵਾਂ ਐਡੀਸ਼ਨ ਹੈ ਇਹ, ਜੋ ਕਿ ਅਰਬੀਅਨ ਸੀ ਦੇ ਵਿੱਚ ਕੰਡਕਟ ਕੀਤਾ ਜਾਏਗਾ ਮਾਰਚ ਅਪ੍ਰੈਲ ਦੇ ਵਿੱਚ। ਅਤੇ ਇਹ ਕਿਹੜੇ ਦੇਸ਼ਾਂ ਦੇ ਵਿਚਕਾਰ ਕੰਡਕਟ ਕੀਤਾ ਜਾਏਗਾ? ਇੰਡੀਆ ਹੈਗਾ ਇੱਕ ਸਾਡਾ ਕੰਟਰੀ, ਅਤੇ ਸੈਕਿੰਡ ਆਪਸ਼ਨ ਕੀ ਹੈ? ਫਰਾਂਸ, USA, ਰਸ਼ੀਆ ਜਾਂ ਨਨ ਆਫ ਦਿਸ। ਤਾਂ ਇਹਦੀ ਕਰੈਕਟ ਆਪਸ਼ਨ ਆਏਗੀ ਜੀ ਫਰਾਂਸ। ਫਰਾਂਸ ਦੇ ਦੁਆਰਾ ਫਰਾਂਸ ਦੇ ਨਾਲ ਮਿਲ ਕੇ ਇਹ ਨਵਲ ਐਕਸਰਸਾਈਜ਼ ਚਲਾਈ ਜਾਏਗੀ, ਜਿਹਨੂੰ ਵਰੁਣਾ ਨਾਮ ਦਿੱਤਾ ਗਿਆ। ਇਹ 20ਵਾਂ ਐਡੀਸ਼ਨ ਹੈ। ਇਹ 30 ਮਾਰਚ ਤੋਂ ਇਹ ਸਟਾਰਟ ਹੋਏਗੀ ਬਾਈਲੈਟਰਲ ਨਵਲ ਐਕਸਰਸਾਈਜ਼, ਅਤੇ ਇਹ 1993 ਤੋਂ ਹੀ ਚੱਲਿਆ ਆ ਰਿਹਾ ਜੀ। 1993 ਤੋਂ ਹੀ ਇਹ ਜਿਹੜੀ ਬਾਈਲੈਟਰਲ ਐਕਸਰਸਾਈਜ਼ ਹੈ ਉਹ ਸ਼ੁਰੂ ਕੀਤੀ ਗਈ ਹੈ, ਅਤੇ ਇਸ ਟਾਈਮ ਇਹਦਾ 20ਵਾਂ ਐਡੀਸ਼ਨ ਕੰਡਕਟ ਕੀਤਾ ਜਾ ਰਿਹਾ, ਜਿਹਦੇ ਵਿੱਚ ਅਲੱਗ ਅਲੱਗ ਸ਼ਿਪਸ ਹੋ ਗਈਆਂ, ਸਬਮਰੀਨਸ ਹੋ ਗਈਆਂ, ਮੈਰੀਟਾਈਮਸ ਹੋ ਗਏ, ਏਅਰਕ੍ਰਾਫਟ ਹੋ ਗਏ, ਫਾਈਟਰ ਏਅਰਕ੍ਰਾਫਟ ਹੋ ਗਏ, ਹੈਲੀਕਾਪਟਰ ਹੋ ਗਏ, ਦੋਨੋਂ ਨੇਵੀਜ਼ ਦੇ, ਤਾਂ ਉਹ ਸਾਰਾ ਕੁਛ ਇਹਦੇ 'ਚ ਪਾਰਟੀਸਪੇਟ ਕਰਨਗੇ ਇਸ ਐਕਸਰਸਾਈਜ਼ ਦੇ ਵਿੱਚ। ਉਸ ਤੋਂ ਬਾਅਦ ਹੈ ਜੀ ਅਗਲਾ ਕੁਐਸਚਨ। ਇਨ ਮਾਰਚ 2022 with which of the following has HSBC India partnered to establish a $100 million guarantee program to support micro enterprises in India? HSBC ਇੰਡੀਆ ਨੇ ਪਾਰਟਨਰਸ਼ਿਪ ਕੀਤੀ ਹੈ, ਜਿਹਦੇ ਵਿੱਚ $100 ਮਿਲੀਅਨ ਦਾ ਇੱਕ ਗਰੰਟੀ ਪ੍ਰੋਗਰਾਮ ਚਲਾਇਆ ਜਾਏਗਾ, ਜਿਹੜੀਆਂ ਵੀ ਮਾਈਕਰੋ ਐਂਟਰਪ੍ਰਾਈਜ਼ਸ ਨੇ ਉਹਨਾਂ ਨੂੰ ਸਪੋਰਟ ਕਰਨ ਦੇ ਲਈ। ਤਾਂ ਇਹ ਕਿਹਦੇ ਨਾਲ ਕੀਤੀ ਗਈ ਹੈ? ਆਪਸ਼ਨ ਹੈ ADB, ਏਸ਼ੀਅਨ ਡਿਵੈਲਪਮੈਂਟ ਬੈਂਕ, ਸੈਕਿੰਡ ਹੈ ਵਰਲਡ ਬੈਂਕ, ਥਰਡ ਹੈ IMF ਜਾਂ ਨਨ ਆਫ ਦਿਸ। ਤਾਂ ਇਹਦੀ ਕਰੈਕਟ ਆਪਸ਼ਨ ਆਏਗੀ ਜੀ ADB, ਏਸ਼ੀਅਨ ਡਿਵੈਲਪਮੈਂਟ ਬੈਂਕ ਦੇ ਨਾਲ ਮਿਲ ਕੇ ਇਹ ਚਲਾਇਆ ਜਾ ਰਿਹਾ ਪ੍ਰੋਗਰਾਮ। $100 ਮਿਲੀਅਨ ਦਾ ਗਾਰੰਟੀ ਪ੍ਰੋਗਰਾਮ ਹੈਗਾ, ਜਿਹਦੇ ਵਿੱਚ ਮਾਈਕਰੋ ਐਂਟਰਪ੍ਰਾਈਜ਼ਸ ਨੂੰ ਸਪੋਰਟ ਕੀਤੀ ਜਾਏਗੀ। ਅਤੇ HSBC ਜਿਹੜਾ ਹੈਗਾ, ਇਹਦੇ 'ਚ ਜੋ ਵੀ ਇਹ MFIs ਨੇਗੀਆਂ, ਮਾਈਕਰੋ ਫਾਈਨਾਂਸ ਇੰਸਟੀਟਿਊਸ਼ਨ ਨੇ, ਅਤੇ ਨੋਨ ਬੈਂਕਿੰਗ ਫਾਈਨਾਂਸ ਕੰਪਨੀਜ਼ ਨੇ, ਉਹਨਾਂ ਨੂੰ ਪੈਸੇ ਜਿਹੜਾ ਹੈਗਾ ਮਨੀ ਵਗੈਰਾ ਫਾਈਨੈਂਸ਼ੀਅਲ ਤੌਰ 'ਤੇ ਮਤਲਬ ਉਹਨਾਂ ਦੀ ਹੈਲਪ ਕਰਨਗੇ। ਅਤੇ ਉਸ ਤੋਂ ਬਾਅਦ ਇਸ ਤੋਂ ਇਲਾਵਾ ਕੀ ਕਰਨਗੇ, ਜਿਹਦੇ ਨਾਲ ਮਤਲਬ ਇਸ ਪ੍ਰੋਗਰਾਮ ਦੇ ਵਿੱਚ ਕੀ ਹੈਗਾ, ਕਿਉਂ ਇਹ ਸਟਾਰਟ ਕੀਤਾ ਗਿਆ, ਜਿਹਦੇ ਨਾਲ ਕੀ ਹੈ ਇਕਨੋਮਿਕ ਰਜ਼ੀਲੀਅੰਸ, ਰਿਡਿਊਸ ਜੈਂਡਰ ਡਿਸਪੈਰਿਟੀਜ਼,
ਸਪੋਟ ਇਕੋਨਮਿਕ ਰਿਕਵਰੀ, ਇਹਦੇ ਨਾਲ ਰਿਲੇਟਡ ਜੋ ਹੈ ਉਹ ਕੰਮ ਕੀਤੇ ਜਾਣਗੇ। ਮਤਲਬ ਸਾਡੀ ਇਕੋਨਮੀ ਨੂੰ ਸਪੋਰਟ ਕੀਤੀ ਜਾਊਗੀ। ਜਿਹੜੀਆਂ ਵੀ ਜੈਂਡਰ ਦੇ ਨਾਲ ਰਿਲੇਟਡ ਸਾਨੂੰ ਡਿਸਪੈਰਿਟੀਜ਼ ਦੇਖਣ ਨੂੰ ਮਿਲਦੀਆਂ ਨੇ ਉਹਨਾਂ ਨੂੰ ਘਟਾਉਣ ਦੀ ਕੋਸ਼ਿਸ਼ ਕੀਤੀ ਜਾਊਗੀ। ਇਕਨੋਮਿਕ ਰੈਜ਼ੀਲੀਅੰਸ ਬਿਲਡ ਕੀਤਾ ਜਾਏਗਾ। ਅਤੇ ਇਸੇ ਲੜੀ ਦੇ ਵਿੱਚ ਜਿਹੜਾ ਹੈਗਾ ਇਹ HSBC ਇੰਡੀਆ ਦੇ ਦੁਆਰਾ ਇਹ ਪਾਰਟਨਰਸ਼ਿਪ ਕੀਤੀ ਗਈ ਹੈ। ਉਸ ਤੋਂ ਬਾਅਦ ਹੈ ਸਾਡਾ ਅਗਲਾ ਪ੍ਰਸ਼ਨ, ਦ ਸੈਂਟਰਲ ਗੌਰਮੈਂਟ ਹੈਜ਼ ਰਿਲੀਜ਼ਡ ਹਾਊ ਮਚ ਅਮਾਊਂਟ ਇਨ ਸਟੇਟਸ ਐਂਡ ਯੂਟੀਜ਼ in the financial year 2021-22 under the ਜਲ ਜੀਵਨ ਮਿਸ਼ਨ in March 2022। ਸਾਡੀ ਸੈਂਟਰਲ ਗੌਰਮੈਂਟ ਦੇ ਦੁਆਰਾ ਪੈਸੇ ਜਾਰੀ ਕੀਤੇ ਗਏ ਨੇ, ਕਰੋੜਸ ਦੇ ਵਿੱਚ ਜਾਰੀ ਕੀਤੇ ਗਏ ਨੇ ਸਾਡੀ ਸਟੇਟਸ ਨੂੰ, ਸਾਡੀ ਯੂਟੀਜ਼ ਨੂੰ ਜਲ ਜੀਵਨ ਮਿਸ਼ਨ ਦੇ ਅੰਡਰ ਕੀਤਾ ਗਿਆ ਇਹ। ਤਾਂ ਇਹ ਕਿੰਨੇ ਪੈਸੇ ਜਾਰੀ ਕੀਤੇ ਗਏ ਨੇ? 20,000 ਕਰੋੜ, 40,000 ਕਰੋੜ, 60,000 ਕਰੋੜ ਜਾਂ 80,000 ਕਰੋੜ। ਤਾਂ ਇਹਦੀ ਕਰੈਕਟ ਆਪਸ਼ਨ ਆਏਗੀ ਜੀ 40,000 ਕਰੋੜ। ਸਾਡੀ ਸੈਂਟਰਲ ਗੌਰਮੈਂਟ ਦੇ ਦੁਆਰਾ ਅਲੱਗ-ਅਲੱਗ ਸਾਡੀ ਸਟੇਟਸ ਨੂੰ, ਸਾਡੀ ਯੂਟੀਜ਼ ਨੂੰ ਇਹ 40,000 ਕਰੋੜ ਰੁਪਏ ਜਾਰੀ ਕੀਤਾ ਗਿਆ ਜਲ ਜੀਵਨ ਮਿਸ਼ਨ ਦੇ ਅੰਡਰ। ਕੀ ਕੀਤਾ ਜਾਏਗਾ ਇਹਦੇ ਵਿੱਚ, ਕਿਉਂ ਜਾਰੀ ਕੀਤਾ ਗਿਆ? ਕਿ ਸਾਡੀ ਗੌਰਮੈਂਟਸ ਨੇ ਇਹ ਇਨਸ਼ੋਰ ਕਰਨ ਦੇ ਲਈ ਜਿਹੜਾ ਟੈਪ ਵਾਟਰ ਕਨੈਕਸ਼ਨ ਹੈਗਾ ਸਾਡੇ ਘਰਾਂ ਦੇ ਵਿੱਚ ਉਸ ਨੂੰ ਪਹੁੰਚਾਇਆ ਜਾ ਸਕੇ। ਹਰ ਇੱਕ ਘਰ ਦੇ ਵਿੱਚ ਜਿਹੜੀ ਹੈਗੀ ਹੈ ਪਾਣੀ ਦੀ ਪੋਰਟੇਬਲ ਵਾਟਰ ਦੀ ਜਿਹੜੀ ਸਪਲਾਈ ਆ ਉਹ ਯਕੀਨੀ ਬਣਾਉਣ ਦੇ ਲਈ ਸਾਰੀ ਸਟੇਟਸ ਨੂੰ, ਸਾਡੀ ਯੂਟੀਜ਼ ਨੂੰ ਇਹ 40,000 ਕਰੋੜ ਰੁਪਏ ਦੀ ਫੰਡਿੰਗ ਦਿੱਤੀ ਗਈ ਹੈ, ਗ੍ਰਾਂਟ ਜਾਰੀ ਕੀਤੀ ਗਈ ਹੈਗੀ। ਜਲ ਜੀਵਨ ਮਿਸ਼ਨ ਦੇ ਅੰਡਰ ਇਹ ਕੀਤਾ ਗਿਆ। ਜਲ ਜੀਵਨ ਮਿਸ਼ਨ ਕੀ ਹੈ ਉਸ ਦੀ ਵੀ ਗੱਲ ਕਰ ਲੈਂਦੇ ਹੈਗੇ ਆਪਾਂ। ਜਲ ਜੀਵਨ ਮਿਸ਼ਨ ਸਾਡੇ PM, ਸਾਡੇ ਪ੍ਰਧਾਨ ਮੰਤਰੀ ਜੀ ਨਰਿੰਦਰ ਮੋਦੀ ਜੀ ਦੁਆਰਾ ਇਹ 15 ਅਗਸਤ 2019 ਦੇ ਦਿਨ ਇਹ ਲਾਂਚ ਕੀਤਾ ਗਿਆ ਸੀ। ਜਿਹਦੇ ਵਿੱਚ ਜਿਹੜਾ ਹੈਗਾ ਹਰ ਘਰ ਜਲ ਦੀ ਅਸੀਂ ਗੱਲ ਕੀਤੀ ਸੀ ਵੀ ਹਰ ਘਰ ਦੇ ਵਿੱਚ ਪਾਣੀ ਦੀ ਸੁਵਿਧਾ ਜਿਹੜੀ ਹੈਗੀ ਉਹ ਦਿੱਤੀ ਜਾਊਗੀ। ਤਾਂ ਇਹਦੇ ਵਿੱਚ ਕਹਿੰਦੇ ਸੀ ਕਿ ਲੋਕਲ ਜਿਹੜੇ ਵਿਲੇਜ ਕਮਿਊਨਿਟੀ ਹੈ ਉਹ ਇੱਕ, ਕਿਉਂਕਿ ਵਧੀਆ ਜਿਹੜਾ ਹੈਗਾ ਮੇਜਰ ਰੋਲ ਪਲੇ ਕਰਦੀ ਹੈਗੀ। ਅਤੇ ਜਿਸ ਤਰੀਕੇ ਮਤਲਬ ਇਸ ਜਲ ਜੀਵਨ ਮਿਸ਼ਨ ਦੇ ਅੰਤਰਗਤ ਜੋ ਵੀ ਮਤਲਬ ਸਿਸਟਮ ਚਲਾਉਣਾ ਹੈਗਾ ਉਸ ਨੂੰ ਇੰਪਲੀਮੈਂਟ ਕਰਨ ਦੇ ਲਈ ਜੋ ਵੀ ਪੋਲਿਸੀਜ਼ ਬਣਾਉਣੀਆਂ ਨੇ, ਪਲੈਨਿੰਗ ਹੈ ਸਾਡੀ, ਉਸ ਨੂੰ ਇੰਪਲੀਮੈਂਟ ਕਰਨ ਦੇ ਵਿੱਚ ਸਾਡੀ ਲੋਕਲ ਵਿਲੇਜ ਕਮਿਊਨਿਟੀ ਜਿਹੜੀ ਹੈਗੀ ਆ ਉਹ ਵਧੀਆ ਯੋਗਦਾਨ ਦੇ ਸਕਦੀ ਹੈਗੀ। ਤਾਂ ਇਹ ਜੋ ਹਰ ਘਰ ਜਲ ਹੈ ਉਹਦੇ ਅੰਡਰ ਜਿਹੜੇ ਹੈਗੇ ਨੇ ਸਾਡੇ ਗੋਆ ਸਟੇਟ ਹੋ ਗਈ, ਤੇਲੰਗਨਾ, ਅੰਡੇਮਾਨ ਨਿਕੋਬਾਰ, ਯੂਟੀ ਹੋ ਗਿਆ, ਦਾਦਰ ਨਾਗਰ ਹਵੇਲੀ, ਦਮਨ ਦਿਊ, ਪੁਡੂਚੇਰੀ, ਹਰਿਆਣਾ, ਇਹ ਮਤਲਬ ਕੀ ਹੈ ਇਹਨਾਂ ਨੇ ਆਪਣੀ 100% ਜਿਹੜੀ ਹੈਗੀ ਹੈ ਟੈਪ ਕਨੈਕਸ਼ਨ ਦੀ ਕਵਰੇਜ ਉਹ ਪੂਰੀ ਕਰ ਚੁੱਕੇ ਨੇ ਇਹ ਜਲ ਜੀਵਨ ਮਿਸ਼ਨ ਦੇ ਅੰਡਰ। ਗੋਆ, ਤੇਲੰਗਨਾ, ਅੰਡੇਮਾਨ ਨਿਕੋਬਾਰ ਆਈਲੈਂਡ, ਦਾਦਰ ਨਾਗਰ ਹਵੇਲੀ, ਦਮਨ ਦਿਊ, ਪੁਡੂਚੇਰੀ, ਹਰਿਆਣਾ, ਇਹਨਾਂ ਨੇ ਹਰ ਘਰ ਜਲ ਮਤਲਬ ਹਰ ਇੱਕ ਘਰ ਦੇ ਵਿੱਚ ਜਿਹੜਾ ਹੈਗਾ ਪਾਣੀ ਦੀ ਸਪਲਾਈ ਨੂੰ ਯਕੀਨੀ ਬਣਾਇਆ ਹੈ। ਉਸ ਤੋਂ ਬਾਅਦ ਗੱਲ ਕਰਦੇ ਹਾਂ ਅਗਲੇ ਪ੍ਰਸ਼ਨ ਦੀ। ਹੂ ਇਜ਼ ਦਾ ਆਥਰ ਆਫ ਦੀ ਬੁੱਕ ਦ ਟਾਈਗਰ ਆਫ ਦਰਾਸ ਕੈਪਟਨ ਅਨੁਜ ਨਾਇਰ 23 ਕਾਰਗਿਲ ਹੀਰੋ। ਬੁੱਕ ਹੈਗੀ ਦ ਟਾਈਗਰ ਆਫ ਦਰਾਸ ਕੈਪਟਨ ਅਨੁਜ ਨਾਇਰ 23 ਕਾਰਗਿਲ ਹੀਰੋ। ਇਹ ਬੁੱਕ ਕਿਹਨੇ ਲਿਖੀ ਹੈ, ਆਥਰ ਕੌਣ ਹੈ ਇਸਦਾ? ਆਪਸ਼ਨ ਹੈ ਮੀਨਾ ਨਾਇਰ, ਹਿੰਮਤ ਸਿੰਘ ਸ਼ੇਖਾਵਤ ਜਾਂ ਦੋਨੋਂ ਜਾਂ ਕੋਈ ਵੀ ਨਹੀਂ। ਤਾਂ ਇਹਦੀ ਕਰੈਕਟ ਆਪਸ਼ਨ ਆਏਗੀ ਜੀ ਬੋਥ A ਐਂਡ B। ਮੀਨਾ ਨਾਇਰ ਅਤੇ ਹਿੰਮਤ ਸਿੰਘ ਸ਼ੇਖਾਵਤ ਜੀ ਦੇ ਦੁਆਰਾ ਇਹ ਬੁੱਕ ਲਿਖੀ ਗਈ ਹੈ ਦ ਟਾਈਗਰ ਆਫ ਦਰਾਸ ਕੈਪਟਨ ਅਨੁਜ ਨਾਇਰ 23 ਦ ਕਾਰਗਿਲ ਹੀਰੋ। ਜਿਹਦੇ ਵਿੱਚ ਕੀ ਹੈ ਕੈਪਟਨ ਅਨੁਜ ਨਾਇਰ ਇਹਨਾਂ ਦੀ ਬਰੇਵਰੀ ਨੂੰ ਦਿਖਾਇਆ ਗਿਆ। ਉਹਨਾਂ ਦੇ ਛੋਟੇ ਹੁੰਦੇ ਤੋਂ ਲੈ ਕੇ ਬਚਪਨ ਤੋਂ ਲੈ ਕੇ ਉਹਨਾਂ ਦੇ ਮਿਲਟਰੀ ਪ੍ਰੋਫੈਸ਼ਨਲ ਬਣਨ ਤੱਕ ਦੀ ਜੋ ਹੈ ਸਾਰੀ ਕਹਾਣੀ ਇਸ ਬੁੱਕ ਦੇ ਵਿੱਚ ਦਿਖਾਈ ਗਈ ਹੈ। ਕੈਪਟਨ ਅਨੁਜ ਨਾਇਰ ਨੂੰ ਉਹਨਾਂ ਨੂੰ ਸਭ ਤੋਂ ਵੱਡਾ ਜਿਹੜਾ ਹੈਗਾ ਗਲੈਂਟਰੀ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ ਸੀ, ਮਹਾਂਵੀਰ ਚੱਕਰਾ ਦੇ ਨਾਲ 2000 ਦੇ ਵਿੱਚ। ਉਹਨਾਂ ਦੇ ਹੀ ਇਹ ਬੁੱਕ ਲਿਖੀ ਗਈ ਹੈ
ਮੀਨਾ ਨਾਇਰ ਦੇ ਦੁਆਰਾ ਅਤੇ ਹਿੰਮਤ ਸਿੰਘ ਸ਼ੇਖਾਵਤ ਦੇ ਦੁਆਰਾ। ਉਸ ਤੋਂ ਬਾਅਦ ਹੈ ਸਾਡਾ ਅਗਲਾ ਪ੍ਰਸ਼ਨ। ਅਗਲਾ ਪ੍ਰਸ਼ਨ ਹੈ ਸਾਡਾ, ਵਿਚ ਸਟੇਟ ਹੈਜ਼ ਪਾਸਡ ਇਟਸ ਪ੍ਰੋਹੀਬਿਸ਼ਨ ਐਂਡ ਐਕਸਾਈਜ਼ ਅਮੈਂਡਮੈਂਟ ਬਿੱਲ 2022। ਕਿਹੜੇ ਸਟੇਟ ਨੇ ਬਿੱਲ ਪਾਸ ਕੀਤਾ ਹੈਗਾ ਪ੍ਰੋਹੀਬਿਸ਼ਨ ਐਂਡ ਐਕਸਾਈਜ਼ ਅਮੈਂਡਮੈਂਟ ਬਿੱਲ ਪਹਿਲਾਂ ਹੋ ਚੁੱਕਿਆ ਸੀ ਪਾਸ, ਹੁਣ ਇਹਨੂੰ ਅਮੈਂਡ ਕਰਕੇ ਦੁਬਾਰਾ ਪਾਸ ਕੀਤਾ ਗਿਆ ਹੈਗਾ। ਤਾਂ ਕਿਹੜੀ ਸਟੇਟ ਹੈ? ਪੰਜਾਬ, ਰਾਜਸਥਾਨ, ਬਿਹਾਰ ਜਾਂ ਹਰਿਆਣਾ। ਤਾਂ ਇਹਦੀ ਕਰੈਕਟ ਆਪਸ਼ਨ ਆਏਗੀ ਜੀ ਬਿਹਾਰ। ਬਿਹਾਰ ਦੇ ਦੁਆਰਾ ਇਹ ਬਿੱਲ ਇਹਨੂੰ ਦੁਬਾਰਾ ਅਮੈਂਡ ਕਰਕੇ ਪਾਸ ਕੀਤਾ ਗਿਆ ਹੈਗਾ। ਕੀ ਹੈ ਇਹ ਬਿੱਲ, ਇਸ ਦੀ ਗੱਲ ਕਰਦੇ ਆਂਗੇ। ਬਿਹਾਰ ਲੈਜਿਸਲੇਟਿਵ ਅਸੈਂਬਲੀ ਨੇ 30 ਮਾਰਚ 2022 ਨੂੰ ਬਿਹਾਰ ਪ੍ਰੋਹੀਬਿਸ਼ਨ ਐਂਡ ਐਕਸਾਈਜ਼ ਅਮੈਂਡਮੈਂਟ ਬਿੱਲ ਪਾਸ ਕੀਤਾ ਹੈਗਾ। ਇਹ ਪਹਿਲਾਂ 2016 ਦੇ ਵਿੱਚ ਐਕਟ ਪਾਸ ਕੀਤਾ ਸੀ, ਬਿਹਾਰ ਪ੍ਰੋਹੀਬਿਸ਼ਨ ਐਂਡ ਐਕਸਾਈਜ਼ ਐਕਟ, ਜਿਹਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਲੀਕੁਅਰ, ਚਾਹੇ ਉਹਦੀ ਮੈਨੂਫੈਕਚਰ ਹੋ ਰਹੀ ਹੈ, ਉਹਦੀ ਟਰੇਡਿੰਗ ਹੋ ਰਹੀ ਹੈ, ਟਰਾਂਸਪੋਰਟੇਸ਼ਨ ਹੈ, ਸੇਲ ਹੈ, ਕੰਜ਼ੰਪਸ਼ਨ ਹੈ, ਉਹ ਸਾਰੇ ਕੁਛ ਦੇ ਉੱਤੇ ਬੈਨ ਲਗਾਇਆ ਗਿਆ ਸੀ। ਮਤਲਬ ਸ਼ਰਾਬ ਨੂੰ ਬਣਾਉਣਾ, ਉਸ ਨੂੰ ਵੇਚਣਾ, ਉਸ ਨੂੰ ਢੋਆ ਢੁਆਈ ਕਰਨੀ, ਉਸ ਦੀ ਕੰਜ਼ੰਪਸ਼ਨ ਕਰਨੀ, ਸਾਰਾ ਕੁਛ ਬੈਨ ਕੀਤਾ ਗਿਆ ਸੀ ਬਿਹਾਰ ਗੌਰਮੈਂਟ ਦੇ ਦੁਆਰਾ। ਅਤੇ ਹੁਣ ਉਸੇ ਚੀਜ਼ ਦੇ ਵਿੱਚ ਇਹ ਅਮੈਂਡਮੈਂਟ ਕੀਤੀ ਗਈ ਹੈ ਕਿ ਕਹਿੰਦੇ ਕੋਈ ਵੀ ਪਰਸਨ ਲੀਕੁਅਰ ਟਰੇਡਰ, ਜਿਹੜਾ ਕਿ ਸ਼ਰਾਬ ਦਾ ਟਰੇਡਰ ਹੈਗਾ, ਵਪਾਰੀ ਹੈ, ਉਹਨੂੰ ਬਣਾ ਰਿਹਾ ਜਾਂ ਉਹਨੂੰ ਵੇਚ ਰਿਹਾ ਹੈਗਾ, ਉਹਦੀ ਮੂਵੇਬਲ ਜਾਂ ਇਮੂਵੇਬਲ ਜੋ ਵੀ ਐਜ਼ਟ ਹੈਗੇ ਨੇਗੇ, ਮਤਲਬ ਜੇਕਰ ਕੋਈ ਦੋਸ਼ੀ ਪਾਇਆ ਜਾਂਦਾ ਹੈਗਾ ਲੀਕੁਅਰ ਟਰੇਡਰ, ਤਾਂ ਉਹਦੀ ਜਿਹੜੀ ਚਲ ਅਚਲ ਜਾਇਦਾਦ ਹੈਗੀ ਉਹ ਜ਼ਬਤ ਕਰ ਲਈ ਜਾਊਗੀ। ਅਤੇ ਇਸ ਤੋਂ ਇਲਾਵਾ ਜਿਹੜੇ ਡਰਿੰਕਰ ਨੇਗੇ, ਜਿਹੜੇ ਸ਼ਰਾਬ ਪੀ ਰਹੇ ਨੇ, ਉਹਨਾਂ ਨੂੰ ਵੀ ਕੀ ਹੈ ਫਾਈਨ ਲਗਾਇਆ ਜਾਊਗਾ। ਇਹ ਹੁਣ ਅਮੈਂਡਮੈਂਟ ਕੀਤੀ ਗਈ ਹੈ ਬਿਹਾਰ ਲੈਜਿਸਲੇਟਿਵ ਅਸੈਂਬਲੀ ਦੇ ਦੁਆਰਾ 30 ਮਾਰਚ 2022 ਨੂੰ। ਇਹ ਸੀਗੇ ਜੀ ਅੱਜ ਦੀ ਸਾਡੀ ਵੀਡੀਓ। ਅਤੇ ਇਸ ਤੋਂ ਪਹਿਲਾਂ ਇੱਕ ਛੋਟੀ ਜਿਹੀ ਆਪਣੀ ਗੱਲ ਰਹਿ ਗਈ ਹੈ ਹੁਣ, ਕਿਉਂਕਿ ਇਹ ਬਿਹਾਰ ਗੌਰਮੈਂਟ ਨੇ ਕੀਤਾ ਹੈਗਾ, ਅਤੇ ਬਿਹਾਰ ਗੌਰਮੈਂਟ ਦੀ ਵੀ ਅਸੀਂ ਗੱਲ ਕਰ ਲੈਂਦੇ ਹਾਂ। ਸਾਡੇ ਮੈਪ ਦੇ ਵਿੱਚ ਇਹ ਦਿਖਾਇਆ ਗਿਆ ਹੈਗਾ ਬਿਹਾਰ ਦਾ ਨਕਸ਼ਾ, ਬਿਹਾਰ ਦਾ ਸਾਡਾ ਮੈਪ ਦਿਖਾਇਆ ਗਿਆ ਸਾਡੇ ਇੰਡੀਆ ਦੇ ਵਿੱਚ, ਇਹਦੀ ਕੀ ਲੋਕੇਸ਼ਨ ਹੈਗੀ। ਅਤੇ ਇਹਦੇ ਬਾਰੇ ਗੱਲ ਕਰਦੇ ਹਾਂ ਬਿਹਾਰ ਦੇ ਬਾਰੇ, ਕਿਉਂਕਿ ਇਹ ਬਿਹਾਰ ਨਾਲ ਸਾਡਾ ਰਿਲੇਟਡ ਕੁਐਸਚਨ ਸੀਗਾ। ਤਾਂ ਬਿਹਾਰ ਦਾ CM ਕੌਣ ਹੈ ਜੀ ਇਸ ਟਾਈਮ? ਨਿਤੀਸ਼ ਕੁਮਾਰ। ਅਤੇ ਇੱਥੋਂ ਦੇ ਗਵਰਨਰ ਹੈਗੇ ਨੇ ਫਾਗੂ ਚੌਹਾਨ। ਬਿਹਾਰ ਦੇ ਵਿੱਚ ਲੋਕ ਸਭਾ ਸੀਟਸ 14 ਹੈਗੀਆਂ, ਅਤੇ ਰਾਜ ਸਭਾ ਸੀਟ ਜਿਹੜੀਆਂ ਹੈਗੀਆਂ ਨੇ ਉਹ 16 ਹੈਗੀਆਂ। ਸਟੇਟ ਐਨੀਮਲ ਇਹਨਾਂ ਦਾ ਗੌਡ ਹੈਗਾ, ਅਤੇ ਸਟੇਟ ਬਰਡ ਜੋ ਹੈ ਹਾਊਸ ਸਪੈਰੋ ਹੈ। ਇੱਥੇ ਨੈਸ਼ਨਲ ਪਾਰਕ ਹੈ, ਫੇਮਸ ਨੈਸ਼ਨਲ ਪਾਰਕ ਹੈ, ਜਿਹਦਾ ਨਾਮ ਹੈ ਵਾਲਮੀਕੀ ਨੈਸ਼ਨਲ ਪਾਰਕ। ਅਤੇ ਆਪਾਂ ਲੋਕ ਸਭਾ ਸੀਟਸ ਦੀ ਗੱਲ ਕੀਤੀ 40 ਨੇ ਹੈਗੀਆਂ, ਰਾਜ ਸਭਾ ਸੀਟਸ ਹੈਗੀਆਂ ਨੇ 16। ਅਸੈਂਬਲੀ ਸੀਟਸ ਇਹਦੇ ਵਿੱਚ ਆਪਾਂ ਮੈਨਸ਼ਨ ਨਹੀਂ ਕੀਤੀਆਂ, ਤੁਹਾਨੂੰ ਵੈਸੇ ਦੱਸ ਦਿੰਦੇ ਹੈਗੇ ਕਿ ਬਿਹਾਰ ਦੀ ਅਸੈਂਬਲੀ ਸੀਟਸ ਜੋ ਹੈਗੀਆਂ ਨੇ ਉਹ ਟੋਟਲ 243 ਨੇਗੀਆਂ ਲੈਜਿਸਲੇਟਿਵ ਅਸੈਂਬਲੀ ਦੀਆਂ ਸੀਟਸ। ਅਤੇ ਇਸ ਟਾਈਮ ਇੱਥੋਂ ਦੇ CM ਜੋ ਹੈਗੇ ਨੇ ਉਹ ਹੈਗੇ ਨੇ ਨਿਤੀਸ਼ ਕੁਮਾਰ, ਅਤੇ ਉਹਨਾਂ ਦੀ ਗੌਰਮੈਂਟ ਦੇ ਦੁਆਰਾ ਇਹ ਐਕਟ ਜਿਹੜਾ ਹੈਗਾ ਅਮੈਂਡ ਕੀਤਾ ਗਿਆ ਅਤੇ ਦੁਬਾਰਾ ਪਾਸ ਕੀਤਾ ਗਿਆ ਹੈਗਾ, ਜਿਹਦੇ ਵਿੱਚ ਕੀ ਹੈ ਲੀਕੁਅਰ ਟਰੇਡਰ ਜੇਕਰ ਅਰੈਸਟ ਹੁੰਦੇ ਨੇ, ਦੋਸ਼ੀ ਪਾਏ ਜਾਂਦੇ ਨੇ, ਤਾਂ ਉਹਨਾਂ ਦੀ ਜਿਹੜੀ ਐਜ਼ਟਸ ਨੇਗੀਆਂ ਉਹਨੂੰ ਜ਼ਬਤ ਕੀਤਾ ਜਾਊਗਾ। ਅਤੇ ਅੱਜ ਦੇ ਲਈ ਸਾਡੀ ਵੀਡੀਓ ਇੰਨੀ ਕੀ ਹੈ। ਉਮੀਦ ਕਰਦੇ ਹਾਂਗੇ ਤੁਹਾਨੂੰ ਇਹ ਸੈਸ਼ਨ ਅੱਜ ਦਾ ਸਾਡਾ ਪਸੰਦ ਆਏਗਾ। ਜੇਕਰ ਸਾਡੀ ਵੀਡੀਓ ਇਹ ਪਸੰਦ ਆਈ ਹੈ ਤਾਂ ਇਹਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ ਅਤੇ ਸ਼ੇਅਰ ਕਰੋ। ਤਦ ਤੱਕ ਦੇ ਲਈ ਤੁਹਾਡਾ ਧੰਨਵਾਦ ਜੀ।